ਸਾਧਕਾ ਹੋਣੀ ਹੈ। ਸਤਿਗੁਰੂ ਜੀ ਮਿਹਰਮਤ ਕਰਨ। ਆਓ ਪਾਵਨ ਪਿਤਰਮੁਖ ਵਾਕ ਸਾਹਿਬ ਸਰਵਣ ਕਰਦੇ ਹਾਂ। ਦਾਸ ਦੇ ਨਾਲ ਫਤਿਹ ਦੀ ਸਾਂਝ ਜ਼ਰੂਰ ਪਾਇਓ। ਗੱਜ ਵੱਜ ਕੇ ਫਤਿਹ ਬੁਲਾਓ ਜੀ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ। ਤ੍ਰਿਪਤ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਤ੍ਰਿਪਤ ਪਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ। ਅਨੇਕ ਪ੍ਰਕਾਰੀ ਵਸਤਰ ਓਢਾਏ, ਆਨ ਦਿਨ ਕੀਰਤਨ ਹਰ ਗੁਣ ਗਾਏ। ਹਸਤੀ ਰਥ ਆਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾ। ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਾਨ ਤਾਂ
ਰਸਨਾ ਨਾਮ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਸ੍ਰੀ ਮੁਖਵਾਕ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਾਨੂੰ ਪ੍ਰਾਪਤ ਹੋਏ ਪਾਠ ਆਪ ਜੀ ਨੇ ਸਰਵਣ ਕਰ ਲਿਆ ਹੈ ਤੇ ਪਾਠ ਸਰਵਣ ਕਰਵਾਇਆ ਹੈ ਅੱਜ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀਆਂ ਨੇ। ਉਚੇਚੇ ਤੌਰ ਤੇ ਇਹਨਾਂ ਦਾ ਨਾਮ ਤਾਂ ਕਰਕੇ ਲੈ ਰਿਹਾ ਹਾਂ ਕਿਉਂਕਿ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਨੇ ਉਸ ਦਿਨ ਜਿਹੜੀ ਅਹਿਮ ਭੂਮਿਕਾ ਨਿਭਾਈ, ਜਿਹੜੀ ਟਿਕੀ ਹੋਈ ਮਾਨਸਿਕਤਾ ਦਾ ਸਬੂਤ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀਆਂ ਨੇ ਉਸ ਦਿਨ ਦਿੱਤਾ ਸੀ, ਜਿਸ ਦਿਨ ਆਪ ਜੀ ਜਾਣਦੇ ਹੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਐਂਟਰ ਕਰਕੇ ਕਿਸੇ ਪਾਪੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਪੱਤੀ ਬੇਅਦਬੀ ਕਰਨ ਦਾ ਯਤਨ ਕੀਤਾ ਸੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਸਮੇਂ ਦੇ ਦੌਰਾਨ ਜਿੱਥੇ ਸਾਰਿਆਂ ਨੂੰ ਇੱਕ ਵਾਰ ਭਾਜੜ ਪੈ ਗਈ, ਤੁਸੀਂ ਵੇਖਿਆ ਹੋਣਾ ਕਿ ਸਾਰੇ ਹੀ ਸੇਵਾਦਾਰ ਇੱਕਦਮ ਦੌੜ ਕੇ ਉਹਨੂੰ ਪਕੜਨ ਵਾਸਤੇ ਚਲੇ ਗਏ ਤੇ ਉਹਨੂੰ ਪਕੜਿਆ ਵੀ, ਪਰ ਇੱਕ ਵੀ ਲਫ਼ਜ਼ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਇੱਧਰ ਉੱਧਰ ਨਹੀਂ ਸੀ ਹੋਇਆ। ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਿਸੇ ਨੇ ਬੇਪੱਤੀ ਕਰਨ ਦਾ ਬੇਅਦਬੀ ਕਰਨ ਦਾ ਯਤਨ ਕੀਤਾ ਸੀ, ਉਸ ਦਿਨ ਸਿੰਘ ਸਾਹਿਬ ਜੀ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ ਤੇ ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਇੱਕ ਵੀ ਲਫ਼ਜ਼ ਕਿਤੇ ਇੰਨਾ ਜ਼ਰੂਰ ਇਹਨਾਂ ਨੇ ਯਤਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਤੱਕ ਨਾ ਪਹੁੰਚ ਜਾਏ। ਰੁਮਾਲਾ ਸਾਹਿਬ ਦੇ ਉੱਪਰ ਅੱਗੇ ਕਰਕੇ ਆਪਣਾ ਹੱਥ ਰੱਖਿਆ, ਜੋ ਆਪਾਂ ਵੀਡੀਓ ਦੇ ਵਿੱਚ ਵੇਖਿਆ ਹੈ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਹੈ, ਨਹੀਂ ਤੇ ਕੋਈ ਐਵੇਂ ਦੀ ਅਣਸੁਖਾਵੀਂ ਘਟਨਾ ਜਿਹਦੇ ਵਾਸਤੇ ਆਪਾਂ ਪਹਿਲਾਂ ਪ੍ਰਪੇਅਰ ਹੀ ਨਾ ਹੋਈਏ, ਕਦੀ ਸੋਚਿਆ ਕਿ ਇਵੇਂ ਵੀ ਹੋ ਸਕਦਾ। ਪਰ ਇੱਕਦਮ ਉਹ ਸਾਰਾ ਵਰਤਾਰਾ ਵਰਤ ਜਾਣ ਦੇ ਬਾਵਜੂਦ ਵੀ ਬੜੀ ਵੱਡੀ ਇੱਕ ਸਾਡੀ ਕੌਮ ਦੀ ਪੱਤ ਰੱਖ ਲਈ। ਜੇ ਕਿਤੇ ਡੋਲ ਜਾਂਦੀ ਪਾਠ ਕਰਦੇ ਆ, ਜੇ ਕਿਤੇ ਪਾਠ ਵਿਸਰ ਜਾਂਦਾ ਤੇ ਗੱਲਾਂ ਕਰਨ ਵਾਲਿਆਂ ਨੂੰ ਮੌਕਾ ਮਿਲ ਜਾਣਾ ਸੀ। ਬਹੁਤ ਧੰਨਵਾਦ ਗੁਰੂ ਰਾਮਦਾਸ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ, ਐਸੀ ਸਥਿਰਤਾ ਤੇ ਐਸਾ ਮਨੋਬਲ ਬਖਸ਼ਿਆ, ਅਡੋਲਤਾ ਬਖਸ਼ੀ। ਸਤਿਗੁਰੂ ਜੀ ਸਿੰਘ ਸਾਹਿਬ ਨੂੰ ਹੋਰ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਅੱਜ ਦਾ ਪਾਵਨ ਪਿਤਰ ਮੁਖਵਾਕ ਸਾਹਿਬ ਧਨਾਸਰੀ ਰਾਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅੰਗ 684 ਹੈ, 684। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦਇਆਲਤਾ ਕੀਤੀ ਹੈ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਵਿੱਚ। ਸਾਡਾ ਜੀਵਨ, ਅਸਲ ਦੇ ਵਿੱਚ ਜੀਵਨ, ਇਹਦਾ ਮਕਸਦ ਕੀ ਹੈ, ਕੀ ਮਨੋਰਥ ਹੈ ਇਹਦਾ, ਜਾਂ ਜੀਵਨ ਕਿਹਨੂੰ ਆਖਿਆ ਜਾਂਦਾ ਹੈ। ਆ ਕੇ ਫਰੈਸ਼ ਹੋ ਕੇ ਤੇ ਫਿਰ ਚਾਹ ਪਾਣੀ ਛਕ ਲਿਆ, ਫਿਰ ਪ੍ਰਸ਼ਾਦਾ ਖਾ ਲਿਆ ਤੇ ਫਿਰ ਸੌਂ ਗਏ। ਕਿ ਇਹ ਰੂਟੀਨ ਜਿਹੜੀ ਰੋਜ਼ਾਨਾ ਘੁੰਮ ਰਹੀ ਆ, ਇਹ ਜੀਵਨ? ਗੁਰਮਤਿ ਦੀ ਨਿਗਾਹ ਤੋਂ ਜੇ ਵੇਖਾਂਗੇ ਤੇ ਫਿਰ ਸਮਝ ਪਏਗੀ ਕਿ ਇਹ ਕੇਵਲ ਇੱਥੋਂ ਤੱਕ ਸੀਮਤ ਨਹੀਂ ਰਹਿਣਾ। ਖਾ ਲਿਆ ਪੀ ਲਿਆ ਤੇ ਸੌਂ ਲਿਆ, ਉੱਠੇ ਤੇ ਫਿਰ ਖਾ ਪੀ ਲਿਆ ਤੇ ਫਿਰ ਐਵੇਂ ਹੀ ਦਿਨ ਰਾਤ ਦਾ ਸਿਲਸਿਲਾ ਚੱਲੀ ਜਾ ਰਿਹਾ। ਇਹ ਜੀਵਨ ਨਹੀਂ ਆ। ਇਹ ਮੱਤਾਂ ਅਸੀਂ ਸਮਝੀਏ ਕਿ ਸਾਡੇ ਜੀਵਨ ਦਾ ਮਨੋਰਥ ਇਹ ਹੈ। ਕਿਰਪਾ ਕਰਕੇ ਦੱਸ ਰਹੇ ਨੇ ਅੱਜ ਰਹਾਉ ਵਾਲੇ ਬੋਲਾਂ ਦੇ ਵਿੱਚ ਕਿ ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਭਾਈ। ਅਸਲ ਜੀਵਨ, ਅਸਲ ਜ਼ਿੰਦਗੀ ਕੀ ਆ? ਇਹ ਤਾਂ ਸਵਾਲ ਨਹੀਂ ਕੀਤਾ ਕਦੇ ਆਪਾਂ ਆਪਣੇ ਆਪ ਨੂੰ। ਅਸੀਂ ਤੇ ਦਿਨ ਰਾਤ ਲੱਗੇ ਹੋਏ ਆ, ਕਦੇ ਸਵਾਲ ਕੀਤਾ ਹੀ ਨਹੀਂ ਆਪਣੇ ਆਪ ਨੂੰ, ਪੁੱਛਿਆ ਹੀ ਨਹੀਂ ਕਿ ਇਹੀ ਕੰਮ ਆ ਬਸ ਜਿਹੜਾ ਆਪਾਂ ਕਰਨ ਵਾਸਤੇ ਆਏ ਆ, ਕਿ ਇਸ ਤੋਂ ਇਲਾਵਾ ਵੀ ਕੁਛ ਹੈ। ਭਗਤ ਫਰੀਦ ਸਾਹਿਬ ਦਾ ਸ਼ਲੋਕ ਸੁਣਾ ਦਿੰਦਾ, ਉਹਦੇ ਨਾਲ ਸੌਖੀ ਸਮਝ ਪੈ ਜਾਏਗੀ। ਭਗਤ ਫਰੀਦ ਸਾਹਿਬ ਕਹਿੰਦੇ 4 ਪਹਿਰ ਦਿਨ ਮਿਲਿਆ, ਉੱਠੇ ਜਿਵੇਂ ਅਸੀਂ ਕਰ ਰਹੇ ਹਾਂ। ਭਾਗਾਂ ਵਾਲੇ ਨੇ ਜਿਹੜੇ ਨਾਮ ਨਾਲ ਜੁੜੇ ਹੋਏ ਆ, ਜਿਨ੍ਹਾਂ ਨੇ ਜੀਵਨ ਦੇ ਲਕਸ਼ ਨੂੰ, ਮਨੋਰਥ ਨੂੰ ਸਮਝ ਲਿਆ, ਬਹੁਤ ਭਾਗਾਂ ਵਾਲੇ ਉਹ, ਜਿਹੜੇ ਦਿਨ ਰਾਤ ਉਹਨੂੰ ਚਿਤਵਦੇ ਆ, ਯਾਦ ਕਰਦੇ ਆ, ਆਪਣਾ ਕੰਮਕਾਜ ਵੀ ਕਰਦੇ। ਨਹੀਂ ਵੀ ਉਹ ਕੰਮ ਕਰ ਛੱਡ ਕੇ ਬਹਿ ਜਾਂਦੇ ਨੇ, ਕੰਮ ਵੀ ਕਰਦੇ ਨੇ। ਆਪਣਾ ਕੰਮ ਕਰਦਿਆਂ ਹੋਇਆਂ ਉਸ ਪ੍ਰਮਾਤਮਾ ਨੂੰ ਚੇਤੇ ਵੀ ਰੱਖਦੇ ਆ ਨਾਲ। ਪਰ ਬਹੁਤਾਂਤ ਗਿਣਤੀ ਸਾਡੀ ਇਵੇਂ ਹੀ ਆ ਕਿ ਬਸ ਦਿਨ ਰਾਤ ਲੱਗੇ ਹੋਏ ਆ। ਭਗਤ ਫਰੀਦ ਸਾਹਿਬ ਕਹਿੰਦੇ ਦਿਨ ਚੜਿਆ ਜੀ ਤੇ ਬਸ ਦੌੜ ਸ਼ੁਰੂ ਹੋ ਗਈ। ਤੇ ਉਹ ਦੌੜ ਜਿਹੜੀ ਪੰਛੀ ਸਾਡੇ ਨਾਲੋਂ ਵਧੀਆ ਦੌੜ ਰਹੇ ਆ, ਜਾਨਵਰ ਸਾਡੇ ਨਾਲੋਂ ਵਧੀਆ ਦੌੜ ਰਹੇ ਆ, ਉਹ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰ ਰਹੇ ਆ। ਕਿੰਨੇ ਕਮਾਲ ਦਾ ਆਲਣਾ ਪੰਛੀ ਆਪਣੇ ਵਾਸਤੇ ਬਣਾਉਂਦਾ ਹੈ,
ਉਹਦੇ ਵਿੱਚ ਆਂਡੇ, ਉਹਨਾਂ ਦੀ ਆਂਡਿਆਂ ਦੀ ਸੰਭਾਲ ਕਰਦਾ ਹੈ, ਉਹਦੇ ਚੋਂ ਬੋਟ ਨਿਕਲਦੇ ਨੇ। ਪਰ ਉਹ ਉਹਨਾਂ ਦੀ ਦੌੜ ਸਿਰਫ ਇੰਨੀ ਹੈ ਕਿ ਜਦੋਂ ਬੋਟ ਨੇ ਉੱਡਣਾ ਸ਼ੁਰੂ ਕਰ ਦਿੱਤਾ ਜੀ, ਇੱਕ ਵਾਰੀ ਆਲਣੇ ਹੋ ਗਿਆ ਤੇ ਮਤਲਬ ਗਿਆ ਬਸ, ਫੇਰ ਉਹਦੀ ਪਰਵਾਹ ਨਹੀਂ ਬਾਅਦ 'ਚ। ਤੇ ਅਸੀਂ ਆਪਣੇ ਲਈ ਜੋੜਿਆ, ਆਪਣੇ ਬੱਚਿਆਂ ਲਈ ਜੋੜਿਆ, ਇੱਥੇ ਬਸ ਨਹੀਂ ਹੋਈ, ਫਿਰ ਅਗਾਂਹ ਚੱਲ ਪਏ ਉਹਨਾਂ ਦੇ ਬੱਚਿਆਂ ਵਾਸਤੇ ਵੀ ਜੋੜ ਦਈਏ। ਦਿਨ ਰਾਤ ਇਸੇ ਸਿਲਸਿਲੇ 'ਚ ਲੱਗੇ ਰਹੇ। ਤਾਂ ਕਰਕੇ ਸਤਿਗੁਰੂ ਨੂੰ ਕਹਿਣਾ ਪਿਆ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਕੇਵਲ ਜੇ ਉੱਥੋਂ ਤੱਕ ਸੀਮਤ ਰਹਿ ਗਏ ਬੱਚਿਆਂ ਦੇ ਪਾਲਣ ਪੋਸ਼ਣ ਤੱਕ, ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਜ਼ਿੰਮੇਵਾਰੀਆਂ ਤੋਂ ਭਗੌੜੇ ਤੇ ਸਤਿਗੁਰੂ ਨੇ ਸਾਨੂੰ ਕੀਤਾ ਹੀ ਨਹੀਂ। ਇਹ ਵਾਲਾ ਤੇ ਕੰਮ ਦੱਸਿਆ ਹੀ ਨਹੀਂ। ਇਹਦੇ ਬਾਰੇ ਤਾਂ ਸਾਹਿਬ ਆਖਦੇ ਆ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧਾ ਪੱਤ ਗਵਾਈ, ਵਿਣ ਨਾਮ ਕਿਸ ਥਾਈ ਨਾ ਪਾਈ। ਨਾਮ ਤੋਂ ਬਗੈਰ ਸਾਰਾ ਕੁਝ ਅਜਾਈ ਚਲਿਆ ਗਿਆ। ਤੇ ਲੋਕਾਂ ਦੀ ਨਿਗਾਹ ਵਿੱਚ ਬਾਬਾ ਜੀ ਨੇ ਪਿੰਡੇ ਤੇ ਸਵਾਹ ਮਲੀ ਹੋਈ ਆ, ਬਾਬਾ ਜੀ ਤੇ ਵਸਤਰ ਨਹੀਂ ਧਾਰਨ ਕਰਦੇ, ਬਾਬਾ ਜੀ ਸਰਦੀ 'ਚ ਵੀ ਇਦਾਂ ਰਹਿੰਦੇ ਨੇ, ਬਾਬਾ ਜੀ ਗਰਮੀ 'ਚ ਵੀ ਐਵੇਂ ਰਹਿੰਦੇ। ਇਹ ਕੋਈ ਪ੍ਰਾਪਤੀ ਨਹੀਂ ਆ। ਆਸਾ ਕੀ ਵਾਰ ਦੇ ਬੋਲ ਨੇ, ਪੱਗ ਉੱਪੇ ਤਾਣਾ, ਪੈਰੀਂ ਜੋੜਾ ਨਹੀਂ ਪਾਉਂਦਾ ਜੀ, ਆਪਣਾ ਕੀਆ ਕਮਾਣਾ। ਕਹਿੰਦੇ ਕੋਈ ਕਰਮ ਹੀ ਇਦਾਂ ਦਾ ਕੀਤਾ ਹੋਣਾ, ਜੋੜਾ ਨਸੀਬ ਹੀ ਨਹੀਂ ਹੋਇਆ, ਹੁੰਦਿਆਂ ਹੋਇਆ ਵੀ ਪਾਉਂਦਾ ਨਹੀਂ। ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ, ਪ੍ਰਸ਼ਾਦਾ ਨਹੀਂ ਛਕਦਾ। ਕਹਿੰਦਾ ਨਹੀਂ ਬਾਬਾ ਜੀ ਪ੍ਰਸ਼ਾਦਾ ਨਹੀਂ ਛਕਦੇ ਜੀ, ਇਹ ਦੁੱਧਾ ਧਾਰੀ ਨੇ। ਅਲ ਮਲ ਖਾਈ ਸਿਰ ਸ਼ਾਹੀ ਪਾਈ, ਪੱਤੇ ਖਾ ਲਏ ਰੁੱਖਾਂ ਤੋਂ ਤੋੜ ਕੇ। ਜੋ ਸਤਿਗੁਰੂ ਨੇ ਉਸ ਪਰਮਾਤਮਾ ਨੇ ਸਾਡੇ ਲਈ ਬਣਾਇਆ ਸੀ ਉਹ ਚਖਿਆ ਹੀ ਨਹੀਂ, ਖਾਦਾ ਹੀ ਨਹੀਂ। ਅਲ ਮਲ ਖਾਈ ਸਿਰ ਸ਼ਾਹੀ ਪਾਈ, ਤੇ ਉੱਤੇ ਸਵਾਹ ਵੀ ਪਾ ਲਈ। ਮੂਰਖ ਅੰਧਾ ਪੱਤ ਗਵਾਈ। ਲੋਕੀ ਕਹਿੰਦੇ ਸੀ ਬੜਾ ਧਰਮੀ ਆ। ਤੁਸੀਂ ਵੇਖਿਆ ਹੋਣਾ ਜਦੋਂ ਕੁੰਭ ਦਾ ਮੇਲਾ ਲੱਗਦਾ ਜਾਂ ਕੁਝ ਹੋਰ ਐਵੇਂ ਦੇ ਮੇਲੇ ਲੱਗਦੇ ਨੇ, ਉੱਥੇ ਇਹੋ ਜਿਹੇ ਸਾਧੂਆਂ ਨੂੰ ਲੋਕੀ ਅੱਕੀ ਹੋ ਕੇ ਮੱਥਾ ਟੇਕਦੇ ਨੇ ਜਿਨ੍ਹਾਂ ਨੇ ਪਿੰਡੇ ਤੇ ਸਵਾਹ ਮਿਲੀ ਹੁੰਦੀ ਤੇ ਤਨ ਤੇ ਵਸਤਰ ਨਹੀਂ ਪਾਏ ਹੁੰਦੇ। ਫਿਰ ਬੜਾ ਤਰਸ ਕੀਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਸਾਡੇ ਤੇ ਬਹੁਤੀ ਕਿਰਪਾ ਕੀਤੀ ਆਪ ਜੀ ਨੇ, ਬਹੁਤ ਤਰਸ ਕੀਤਾ। ਤੁਸਾਂ ਬਚਾ ਲਿਆ ਸਾਨੂੰ। ਤੁਸਾਂ ਤੇ ਆਖਿਆ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਭਾਈ। ਕਿਸੇ ਵੀ ਬੈਂਕ ਮੇਂ ਅਕਾਊਂਟ ਮਾਤਾ ਪਿਤਾ ਦੀ ਸੇਵਾ ਕਰ, ਤੇ ਉਹ ਸੇਵਾ ਕਰਦਿਆਂ ਹੀ ਤੂੰ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ। ਵਿੱਚ ਹੋਵੇ ਮੁਕਤ, ਇਹਦੇ 'ਚ ਮੁਕਤੀ। ਟੱਬਰ ਛੱਡਣ ਦੀ ਲੋੜ ਹੀ ਨਹੀਂ ਪੈਣੀ। ਪਰ ਹੁਣ ਟੱਬਰ, ਪਰਿਵਾਰ, ਫੈਮਿਲੀ, ਜ਼ਿੰਮੇਵਾਰੀਆਂ, ਰਿਸਪੌਂਸਿਬਿਲਿਟੀਜ਼ ਨੇ ਜਿਹੜੀਆਂ ਸਾਡੀਆਂ, ਹੁਣ ਇਹਦੇ 'ਚ ਉਲਝ ਕੇ ਨਹੀਂ ਨਾ ਰਹਿ ਜਾਣਾ। ਇਹਨਾਂ ਦੇ ਵਿੱਚ ਰਹਿੰਦਿਆਂ ਵੀ ਇਹਨਾਂ ਤੋਂ ਨਿਰਲੇਪ ਰਹਿਣਾ, ਇਹ ਕਿੱਦਾਂ ਹੋ ਸਕਦਾ ਹੈ? ਜ਼ਿੰਮੇਵਾਰੀਆਂ ਦੇ ਵਿੱਚ ਵੀ ਰਹਿਣਾ ਹੈ ਤੇ ਵਿੱਚ ਰਹਿੰਦਿਆਂ ਨਿਰਲੇਪ ਵੀ ਹੋਣਾ ਹੈ। ਕਿਵੇਂ ਦੋਵੇਂ ਚੀਜ਼ਾਂ ਕਿਵੇਂ ਮੁਨਾਸਿਬ ਨੇ, ਕਿਵੇਂ ਮੁਮਕਿਨ ਨੇ? ਨਹੀਂ ਮੁਮਕਿਨ ਹੋ ਸਕਦੀਆਂ। ਸਤਿਗੁਰੂ ਕਹਿੰਦੇ ਹੋ ਸਕਦੀਆਂ ਨੇ। ਪਾਤਸ਼ਾਹ ਜੀ ਕਿਵੇਂ ਹੋ ਸਕਦੀਆਂ? ਹੋ ਸਕਦੀਆਂ ਕਹਿੰਦੇ ਕਦੇ ਕਿਸੇ ਛੱਪੜ ਦੇ ਕਿਨਾਰੇ ਖਲੋ ਕੇ ਵੇਖੀ, ਤੈਨੂੰ ਮੁਰਗਾਬੀ ਤਰਦੀ ਹੋਈ ਪਾਣੀ ਦੇ ਵਿੱਚ ਤੈਰਦੀ ਮੁਰਗਾਬੀ ਤੈਨੂੰ ਦਿਖਾਈ ਦੇਵੇਗੀ। ਤੇ ਜਦੋਂ ਸਤਿਗੁਰੂ ਦੀ ਦੱਸੀ ਹੋਈ ਗੱਲ, ਕਿਉਂਕਿ ਇਹ ਕੁਝ ਚੀਜ਼ਾਂ ਜਿਹੜੀਆਂ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਸੰਬੰਧਿਤ ਨੇ ਜਾਂ ਜਿਹੜੀਆਂ ਪੰਜਾਬ ਦੇ ਵਿੱਚ ਵਰਤਦੀਆਂ ਨੇ, ਉੱਥੋਂ ਸਾਡੇ ਸਾਹਮਣੇ ਉਦਾਹਰਨਾਂ ਲਈਆਂ। ਆਪ ਜਿਵੇਂ ਕਿਤੇ ਪੰਜਾਬ ਰਹਿੰਦਿਆਂ ਵੇਖਿਆ ਹੋਵੇਗਾ ਕਿ ਜਿਹੜੀ ਮੁਰਗਾਬੀ ਪਾਣੀ ਵਿੱਚ ਤੈਰਦੀ ਆ, ਉਹ ਤੈਰਦੀ ਆ ਪਾਣੀ ਦੇ ਉੱਤੇ, ਖੰਭ ਨਹੀਂ ਭੇਜਣ ਦਿੰਦੀ ਆਪਣੇ। ਪਾਣੀ ਦੇ ਵਿੱਚ ਤੈਰਦਿਆਂ ਹੀ ਇਵੇਂ ਲੱਗੇਗਾ ਜਿਵੇਂ ਪਾਣੀ ਦੇ ਉੱਤੇ ਬੈਠੀ ਇੱਕਦਮ ਉਡਾਰੀ ਮਾਰ ਦਿੰਦੀ ਉਹ। ਖੰਭ ਨਹੀਂ ਭੇਜੇ, ਖੰਭ ਭੇਜ ਜਾਣ ਤੇ ਫਿਰ ਉੱਡ ਨਹੀਂ ਸਕਦੀ ਉਹ। ਜੇ ਖੰਭ ਭੇਜ ਗਏ ਉਹਦੇ ਤੇ, ਉਹ ਭੇਜੇ ਹੋਏ ਖੰਭਾਂ ਦੇ ਨਾਲ ਉਹਦੇ ਕੋਲੋਂ ਉੱਡਿਆ ਨਹੀਂ ਜਾ ਸਕਦਾ। ਫਿਰ ਉਹ ਖੰਭ ਭੇਜਣ ਹੀ ਨਹੀਂ ਦਿੰਦੀ, ਇੱਕਦਮ ਪਾਣੀ ਚੋਂ ਹੀ ਉਡਾਰੀ ਮਾਰ ਦਿੰਦੀ ਹੈ ਉਹ ਉੱਥੇ ਹੀ ਪਾਣੀ ਦੇ ਵਿੱਚ ਹੀ। ਦੂਜੀ ਉਦਾਹਰਨ ਨਾਲ ਹੀ ਇੱਕ ਹੋਰ ਦੇ ਦਿੱਤੀ ਸਾਹਿਬਾਂ ਨੇ। ਪਾਤਸ਼ਾਹ ਕਹਿੰਦੇ ਕਦੇ ਕਮਲ ਦਾ ਫੁੱਲ ਖਿੜਿਆ ਹੋਇਆ ਵੇਖਿਆ ਹੈ? ਸਤਿਗੁਰੂ ਜੀ ਕਮਲ ਦਾ ਫੁੱਲ ਖਿੜਿਆ ਹੋਇਆ ਵੇਖਿਆ? ਚਿੱਕੜ 'ਚ ਖਿਲਦਾ ਹੈ ਜੀ ਉਹ। ਸਤਿਗੁਰੂ ਜੀ ਕਹਿਣਗੇ ਚਿੱਕੜ ਵਿੱਚ ਤੇ ਖਿਲਦਾ, ਕਦੇ ਉਹਦੀਆਂ ਪੰਖੜੀਆਂ ਨੂੰ ਚਿੱਕੜ ਲੱਗਾ ਵੇਖਿਆ? ਜੜ ਉਹਦੀ ਬੇਸ਼ੱਕ ਚਿੱਕੜ ਵਿੱਚ ਆ, ਪਰ ਉਹ ਆਪਣੀਆਂ ਪੰਖੜੀਆਂ ਨੂੰ ਕਦੀ ਵੀ ਚਿੱਕੜ ਨਹੀਂ ਲੱਗਣ ਦਿੰਦਾ, ਕਦੀ ਵੀ ਨਹੀਂ ਲੱਗਣ ਦਿੰਦਾ। ਉਹ ਨਿਰਲੇਪ ਰਹਿੰਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣਾ। ਜਿਵੇਂ ਮੁਰਗਾਬੀ ਤੇ ਜਿਵੇਂ ਕਮਲ ਦਾ ਫੁੱਲ ਉਸ ਦਲਦਲ ਵਿੱਚ ਰਹਿੰਦਿਆਂ ਹੋਇਆ ਵੀ ਨਿਰਲੇਪ ਨੇ ਜੀ। ਤੇ ਇਦਾਂ ਹੀ ਸਾਹਿਬ ਆਖਦੇ ਅੰਜਨ ਮਾਹੇ ਨਿਰੰਜਨ ਰਹੀ ਆ, ਰਹਿਣਾ ਕਾਲਖ 'ਚ, ਰਹਿਣਾ ਨਿਰੰਜਨ ਆ, ਕਾਲਖ ਲੱਗਣ ਵੀ ਨਹੀਂ ਦੇਣੀ। ਇੰਨਾ ਨਹੀਂ ਬੋਝ ਬਣਾਉਣਾ ਹੋਏ ਬੱਚਿਆਂ ਦਾ ਕੀ ਬਣੇਗਾ, ਕੰਮ ਕਾਜ ਦਾ ਕੀ ਬਣੇਗਾ, ਕੀ ਕਰਾਂਗੇ, ਕਿਵੇਂ ਹੋਏਗਾ। ਇਹ ਇਧਰਲੇ ਪਾਸੇ ਆਪਣੀ ਐਨਰਜੀ ਨੂੰ ਵੇਸਟ ਨਹੀਂ ਕਰਨਾ। ਅੰਜਨ ਮਾਹੇ ਨਿਰੰਜਨ ਰਹੀ ਹੈ, ਭਰੋਸਾ
ਵਿਸ਼ਵਾਸ ਉਸ ਮਾਲਕ ਦੇ ਉੱਤੇ ਰੱਖਣਾ ਹੈ ਕਿ ਨਾਨਕ ਚਿੰਤਾ ਮਤ ਕਰੋ, ਜਿਵੇਂ ਕੱਲ ਵੀ ਸਾਹਿਬਾਂ ਨੇ ਰਹਿਮਤ ਕੀਤੀ ਸੀ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਨਾ ਪੀ ਰੋਜੀ ਦੇ। ਆਪਾਂ ਸ਼ਬਦ ਸਰਵਣ ਕੀਤਾ ਸੀ, ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਉਹਦੇ ਵਿੱਚ ਕੱਲ ਇੱਕ ਬੋਲ ਆਇਆ ਸੀ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਤੂੰ ਚਿੰਤਾ, ਇੰਨੀ ਲੰਮੀ ਚਿੰਤਾ ਨਾ ਲੈ ਕੇ ਚੱਲ, ਆਪਣੀ એનર્ਜੀ ਵੇਸਟ ਨਾ ਕਰ, ਇਹਨੂੰ ਠੀਕ ਪਾਸੇ ਲਾ, ਤੇ ਉਹ ਹੀ એનર્ਜੀ ਦਾ ਠੀਕ ਪਾਸੇ ਲਾਉਣਾ ਅਸਲ ਜੀਵਨ ਹੈ। ਪਰਿਵਾਰਕ, ਜਿੱਥੋਂ ਗੱਲ ਸ਼ੁਰੂ ਕੀਤੀ ਹੈ ਮੈਂ ਵਾਪਸ ਉੱਥੇ ਆਵਾਂ ਕਿ ਪਰਿਵਾਰਕ ਜ਼ਿੰਮੇਵਾਰੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਰਹਿਣਾ, ਪੈਸੇ ਦਾ ਆਦਾਨ ਪ੍ਰਦਾਨ ਵੀ ਕਰਨਾ ਹੈ, ਲੈਣ ਦੇਣ ਵੀ ਕਰਨਾ ਹੈ, ਬਿਜ਼ਨਸ ਵੀ ਕਰਨਾ ਹੈ, ਆਪਣਾ ਕੰਮਕਾਰ ਵੀ ਕਰਨਾ ਹੈ, ਪਰ ਉਹਦੇ 'ਚ ਸੁਰਤੀ ਖਚਤ ਨਾ ਹੋ ਜਾਏ ਕਿ ਰਾਤ ਨੂੰ ਸੁੱਤਿਆਂ ਪਿਆਂ ਵੀ ਸੁਪਨੇ ਉਹੀ ਆਈ ਜਾਣ। ਉਹ ਤੁਸੀਂ ਇੱਕ ਵਿਅੰਗਾਤਮਕ ਪ੍ਰਸੰਗ ਕਿਤੇ ਸਰਵਣ ਕੀਤਾ ਹੋਵੇਗਾ ਜਾਂ ਸਾਖੀ ਸੁਣੀ ਹੋਵੇਗੀ ਵੀ ਕੋਈ ਇਨਸਾਨ ਉਹ ਰਾਤ ਨੂੰ ਆਪਣੇ ਘਰ ਜਦੋਂ ਆਉਂਦਾ ਤੇ ਉਹ ਸੁੱਤਾ ਪਿਆ ਘਰ ਦੀਆਂ ਚਾਦਰਾਂ ਜਿਸ ਪਲੰਘ ਤੇ ਜਿਸ ਬੈੱਡ ਤੇ ਪਿਆ ਹੁੰਦਾ ਬੈੱਡ ਸ਼ੀਟ ਪਾੜ ਦਿੰਦਾ। ਉਹ ਘਰ ਦੇ ਬਹੁਤ ਵੇਖਦੇ ਰਹੇ ਤੇ ਉਹ ਜੋ ਰੋਜ਼ 2-3 ਦਿਨ ਜਦੋਂ ਲੰਘੇ ਉਹਨਾਂ ਨੇ ਕਿਸੇ ਦਾਨੇ ਪੁਰਸ਼ ਨੂੰ ਪੁੱਛਿਆ ਵੀ ਇਹ ਰਾਤ ਨੂੰ ਚਾਦਰ ਪਾੜ ਦਿੰਦਾ ਏ, ਬੈੱਡ ਸ਼ੀਟ ਪਾੜ ਦਿੰਦਾ, ਸਾਰੀ ਲੀਰਾਂ ਕਰ ਦਿੰਦਾ ਏ। ਤੇ ਉਹ ਕਹਿੰਦੇ ਕੰਮ ਕੀ ਕਰਦਾ ਹੈ? ਕਹਿੰਦੇ ਜੀ ਕੰਮ ਕਰਦਾ ਬਜਾਜ ਦਾ, ਕੱਪੜਾ ਵੇਚਦਾ ਸਾਰਾ ਦਿਨ ਦੁਕਾਨ ਤੇ। ਤੋ ਕਹਿੰਦੇ ਬਸ ਫਿਰ ਉਹ ਇਹਨੇ ਆਪਣੀ ਦਿਮਾਗ ਦੇ ਵਿੱਚ ਉਹ ਚੀਜ਼ ਬਿਠਾ ਲਈ ਆ, ਰਾਤ ਨੂੰ ਸੁੱਤਾ ਪਿਆ ਵੀ ਲੋਕਾਂ ਨੂੰ ਕੱਪੜੇ ਪਾੜ ਕੇ, ਸੂਟ ਕਿਸੇ ਨੂੰ 5 ਮੀਟਰ ਕਿਸੇ ਨੂੰ 7 ਮੀਟਰ ਪਾੜ ਕੇ ਦੇਈ ਜਾ ਰਿਹਾ। ਉਹ ਦਿਨ ਰਾਤ ਜੋ ਚੱਲ ਰਿਹਾ ਆ, ਜੇ ਸੁਰਤ ਬਿਲਕੁਲ ਉਧਰਲੇ ਪਾਸੇ ਹੀ ਫਸਾ ਲਈ ਆਪਣੀ, ਬਿਲਕੁਲ ਸੁਰਤ ਉਧਰਲੇ ਪਾਸੇ ਕੰਮ 'ਚ ਹੀ ਲਾ ਲਈ, ਕੰਮ ਸਾਰਾ ਦਿਨ, ਜਿਹਨੂੰ ਸਾਹਿਬ ਆਖਦੇ ਕਿ ਦਿਨ ਰਾਤ ਬਸ ਧਿਆਨ ਉਧਰ ਹੀ ਲੱਗਾ ਰਿਹਾ, ਦਿਨ ਰਾਤ ਹੀ ਲੱਗਾ ਰਿਹਾ, ਤੇ ਜੋ ਕੁਝ ਸਾਰਾ ਦਿਨ ਸਾਡੇ ਨਾਲ ਵਰਤਦਾ ਉਹ ਜੇ ਹੀ ਸੁਪਨੇ ਰਾਤ ਨੂੰ ਆਉਂਦੇ। ਤੇ ਭਗਤ ਕਬੀਰ ਸਾਹਿਬ ਕਹਿੰਦੇ ਆ, ਜਿਹਨੂੰ ਸੁਪਨੇ ਦੇ ਵਿੱਚ ਵੀ ਰੱਬ ਚੇਤੇ ਆ ਜਾਏ, ਮੈਂ ਉਹਦੇ ਪੈਰ ਦੀ ਜੁੱਤੀ ਬਣਨ ਵਾਸਤੇ ਤਿਆਰ ਆ। ਇਹੋ ਜਿਹਾ ਜੀਵਨ ਬਣਾਉਣਾ ਹੈ ਆਪਣਾ, ਜਿਹੜਾ ਗੁਰੂ ਅਰਜਨ ਦੇਵ ਸਾਹਿਬ ਨੇ ਅੱਜ ਕਿਰਪਾ ਕੀਤੀ ਆ। ਭਗਤ ਕਬੀਰ ਸਾਹਿਬ ਕਹਿੰਦੇ, ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ, ਤਾਕੇ ਪੱਗ ਕੀ ਪਾਨਹੀ ਮੇਰੇ ਤਨ ਕੋ ਚਾਮ। ਕਹਿੰਦੇ ਉਹਦੇ ਪੈਰ ਦੀ ਜੁੱਤੀ ਮੈਂ ਆਪਣੇ ਚੰਮ ਦੀ ਬਣਾ ਕੇ ਪਾ ਦਿਆਂ, ਸੁਪਨੇ ਵਿੱਚ ਨਾ ਮੂੰਹ ਨਿਕਲ ਆਏ। ਉਹਦੇ ਵਾਸਤੇ ਦਿਨੇ ਜਪਣਾ ਜ਼ਰੂਰੀ ਆ, ਉਹਦੇ ਵਾਸਤੇ ਦਿਨੇ ਸੁਰਤ ਉਹਦੇ ਨਾਲ ਜੁੜੀ ਰਵੇ, ਇਹ ਜ਼ਰੂਰੀ ਹੈ। ਭਗਤ ਫਰੀਦ ਸਾਹਿਬ ਦਾ ਸ਼ਲੋਕ, ਜਿੱਥੋਂ ਗੱਲ ਸਾਰੀ ਚੱਲੀ ਕਿ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਪਰ ਇਹਨਾਂ ਦੇ ਵਿੱਚ ਖਚਤ ਨਹੀਂ ਹੋ ਜਾਣਾ ਕਿ ਬਸ ਬਿਲਕੁਲ ਹੀ ਸਾਰਾ ਦਿਨ ਧਿਆਨ ਬਿਜ਼ਨਸ ਇਧਰਲੇ ਪਾਸੇ ਨਾ ਲੱਗ ਜਾਏ। ਭਗਤ ਫਰੀਦ ਸਾਹਿਬ ਨੇ ਜ਼ਿਕਰ ਕੀਤਾ, ਜਿਹਨੂੰ ਤੂੰ ਜੀਵਨ ਮੰਨੀ ਬੈਠਾ ਹੈ। ਪੂਰੀ ਗੱਲ ਮੈਂ ਕੋਸ਼ਿਸ਼ ਕੀਤੀ ਕਿ ਮੈਂ ਵਿਸ਼ੇ ਤੋਂ ਬਾਹਰ ਨਾ ਜਾਵਾਂ, ਉੱਥੇ ਹੀ ਜੇ ਆਪ ਜੀ ਧਿਆਨ ਨਾਲ ਸੁਣੋ। ਤੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਹੈ ਕਿ ਭਗਤ ਫਰੀਦ ਸਾਹਿਬ ਕਹਿੰਦੇ ਕਿ ਸਵੇਰੇ ਉੱਠ ਪਏ ਜੀ, ਕੰਮ ਕਾਜ ਤੇ ਨਿਕਲ ਗਏ, ਸ਼ਾਮਾਂ ਪਈਆਂ, ਦਿਨ ਚੜਿਆ ਤੇ ਸਾਰਾ ਦਿਨ ਇੱਧਰ ਉੱਧਰ ਬਤੀਤ ਕਰ ਲਿਆ ਆਪਣਾ। ਫਰੀਦਾ 4 ਗਵਾਇਆ ਹੰਡ ਕੇ, 4 ਪਹਿਰ ਦਿਨ ਮਿਲਿਆ ਗਵਾ ਲਿਆ। ਭਗਤ ਫਰੀਦ ਸਾਹਿਬ ਨੇ ਆਖਿਆ, ਇਹ ਨਹੀਂ ਕਿਹਾ ਵੀ ਬੀਤ ਗਿਆ, ਉਹ ਕਹਿੰਦੇ ਗਵਾ ਲਿਆ ਹੈ, ਕਿਉਂਕਿ ਨਿਤਨੇਮ ਕੀਤਾ ਨਹੀਂ, ਅੰਮ੍ਰਿਤ ਵੇਲਾ ਸਾਂਭਿਆ ਨਹੀਂ, ਜਪਜੀ ਸਾਹਿਬ ਦੇ ਕੋਲੋਂ ਨਹੀਂ ਲੰਘੇ, ਸਿਮਰਨ ਨਹੀਂ ਕੀਤਾ, ਤੇ ਕੰਮ ਦੇ ਉੱਤੇ ਚਲੇ ਗਿਆ। ਕੰਮ ਦੀ ਤੇ ਮਨਾਹੀ ਨਹੀਂ ਸੀ, ਪਰ ਜੇ ਥੋੜਾ ਜਿਹਾ ਸਮਾਂ ਕੱਢ ਕੇ ਜਿਸ ਪ੍ਰਮਾਤਮਾ ਨੇ ਸਾਰੀਆਂ ਦਾਤਾਂ ਦਿੱਤੀਆਂ, ਜੇ ਉਹਦਾ ਸ਼ੁਕਰਾਨਾ ਕਰ ਲਿਆ ਹੁੰਦਾ ਥੋੜਾ ਸਮਾਂ, ਤੇ ਫਿਰ ਉਹ ਸਮਾਂ ਗਵਾਚਿਆ ਨਹੀਂ ਸੀ ਕਹਿਣਾ ਭਗਤ ਫਰੀਦ ਸਾਹਿਬ ਨੇ। ਭਗਤ ਫਰੀਦ ਸਾਹਿਬ ਕਹਿੰਦੇ ਆ, ਫਰੀਦਾ 4 ਗਵਾਇਆ, 4 ਦਾ ਮਤਲਬ 4 ਪਹਿਰ ਦਿਨ ਮਿਲਿਆ ਤੇ ਇਹਨੇ ਗਵਾ ਲਿਆ। 4 ਗਵਾਇਆ ਹੰਡ ਕੇ, ਦਿਨ ਦੇ ਸਾਰੇ ਕੰਮ ਕਾਜ ਕਰਕੇ, ਖਾ ਪੀ ਕੇ, ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ, ਜਾਂ ਅੱਜ ਦੇ ਸਮੇਂ 'ਚ ਜੇ ਇਹਦੀ ਵਿਆਖਿਆ ਐਵੇਂ ਕਰ ਲਈਏ ਕਿ ਆਪਣਾ ਸਮਾਂ ਜੇ ਮਿਲਿਆ, ਸਾਹਿਬ ਦਾ ਪਾਠ ਕੀਤਾ ਹੁੰਦਾ ਤੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਹੁੰਦੀ ਤੇ ਕੋਈ ਇਤਰਾਜ਼ ਹੀ ਨਹੀਂ ਸੌਣ ਦੇ ਵਿੱਚ। ਅੰਮ੍ਰਿਤ ਵੇਲੇ ਉੱਠ ਕੇ ਫੇਰ ਉਹਨੂੰ ਕਹਿਣਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਉੱਠਦਿਆਂ ਸਾਰ ਫੇਰ ਉਹਦੇ ਸ਼ੁਕਰਾਨੇ 'ਚ ਜੁੜ ਜਾਣਾ ਸੀ, ਸ਼ੁਕਰਿਆ ਤੁਸੀਂ ਇੱਕ ਹੋਰ ਦਿਨ ਦਿੱਤਾ। ਫਰੀਦਾ 4 ਗਵਾਇਆ ਹੰਡ ਕੇ, 4 ਗਵਾਇਆ ਸਮ ਲੇਖਾ ਰੱਬ ਮੰਗੇਸੀਆ। ਰੱਬ ਨੇ ਲੇਖਾ ਮੰਗਣਾ ਹੈ, ਉਹਨੇ ਲੇਖਾ ਮੰਗਣਾ ਹੈ। ਜਿਵੇਂ ਇੱਕ ਮਾਂ ਬਾਪ ਉੱਥੇ ਕੀ ਪੁੱਛਿਆ ਜਾਣਾ ਹੈ, ਉਹਦਾ ਜਵਾਬ ਭਗਤ ਫਰੀਦ ਸਾਹਿਬ ਦਿੰਦੇ ਆ, ਫਰੀਦਾ 4 ਗਵਾਇਆ ਹੰਡ ਕੇ, 4 ਗਵਾਇਆ ਸਮ ਲੇਖਾ ਰੱਬ ਮੰਗੇਸੀਆ। ਤੂੰ ਆਹੋ ਕਿਹੜੇ ਕੰਮ, ਤੂੰ ਕਿਸ ਕੰਮ ਵਾਸਤੇ ਗਿਆ ਸੀ, ਕਿਹੜਾ ਕੰਮ ਕਰਕੇ ਆਇਆ ਹੈ, ਕੀ ਖੱਟਿਆ ਹੈ,
क्या ते खटिया कहाँ गवाया चलो सिताब दीवान बुलाया। बाज पै गई ते वापस ते मुड़ना ही पैना है ना। ते खट के की लैके गए की दसना जी, इन्ना समा सौंदे रहे आ जी, इन्ना समा इवें करते रहे आ जी। सतगुरु साहब महाराज सच्चे पातशाह जी किरपा कर रहे, कहते भाई अपनी थोड़ी जी डायरैक्शन बदलाओ, ठीक पासे समा लाओ, अपना काम काज करो, कोई मनाही नहीं, वध तो वध पैसा इकट्ठा करो, ਉਹਦੇ ਚ ਕਿਸੇ ਦਾ ਹੱਕ ਨਾ ਹੋਵੇ, ਕਿਸੇ ਦੇ ਖੂਨ ਪਸੀਨੇ 2 ਨੰਬਰ ਦਾ ਪੈਸਾ ਜਿਹਨੂੰ ਆਪਾਂ ਕਹਿੰਦੇ ਅੱਜ ਦੀ ਭਾਸ਼ਾ 'ਚ, ਕਿਸੇ ਦੇ ਖੂਨ ਪਸੀਨੇ ਦੀ ਕਮਾਈ ਨਾ ਹੋਵੇ, ਕਿਸੇ ਦਾ ਹੱਕ ਨਾ ਉਹਦੇ ਵਿੱਚ ਹੋਵੇ, ਤੇ ਕਮਾਈ ਦਾ ਕੋਈ ਡਰ ਨਹੀਂ, ਆਪਣੀ ਕਮਾਈ ਕਰੋ ਤੁਸੀਂ। ਹੁਣ ਅੱਜ ਦਾ ਜੋ ਪਾਵਨ ਪਿਤਰ ਉਪਦੇਸ਼ ਸਾਹਿਬਾਂ ਬਖਸ਼ਿਆ ਕਿ ਜੀਵਨ ਕੀ ਹੈ, ਕਿਸ ਨੂੰ ਜੀਵਨ ਮੰਨੀ ਬੈਠੇ ਹਾਂ, ਦਿਨ ਰਾਤ ਦੀ ਭੱਜ ਦੌੜ ਨੂੰ ਜੀਵਨ ਮੰਨੀ ਬੈਠੇ ਹਾਂ। ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਜੀਵਨ ਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਨੀ, ਸਾਧ ਸੰਗਤ ਕਰਨੀ, ਸਤਿਗੁਰੂ ਜੀ ਦੀ ਦੀਦ ਪਾ ਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਬਸਰ ਕਰਨਾ, ਇਹ ਹੈ ਜੀਵਨ। ਸਾਧ ਸੰਗਤ ਵਿੱਚ ਆ ਕੇ ਨਾਮ ਜਪਣਾ, ਇਹ ਹੈ ਜੀਵਨ। ਸਤਿਗੁਰੂ ਜੀ ਦਇਆਲਤਾ ਕਰਦੇ ਆ, ਰੱਬੀ ਬਾਣੀ ਚ ਆਪਾਂ ਹੋਰ ਥਾਂ ਵੀ ਇਹ ਬੋਲ ਸਰਵਣ ਕਰਦੇ ਆ ਕਿ ਜਿਹੜਾ ਬੰਦਾ ਨਾਮ ਨਹੀਂ ਜਪਦਾ, ਸਤਿਗੁਰੂ ਕਹਿੰਦੇ ਆ ਸ਼ਲੋਕ ਮਹੱਲਾ 5ਵਾਂ ਗੁਰੂ ਅਰਜਨ ਦੇਵ ਸਾਹਿਬ ਦੇ ਬੋਲ ਨੇ, ਰਾਗ ਬਿਹਾਗੜੇ ਦੇ ਵਿੱਚ ਸਾਹਿਬ ਆਖਦੇ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ। ਜਿਸ ਬੰਦੇ ਨੇ, ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਉਸ ਹਰੀ ਪਿਤਾ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ, ਸਤਿਗੁਰੂ ਜੀ ਕਹਿੰਦੇ ਆ ਉਹਨਾਂ ਦੇ ਸਿਰ ਸੁਆਹ ਪੈਂਦੀ, ਉਹਨਾਂ ਦੇ ਸਰੀਰ ਤੇ ਸੁਆਹ ਪੈਂਦੀ ਆ, ਉਹਨਾਂ ਨੂੰ ਲਾਹਣਤਾਂ ਪੈਂਦੀਆਂ, ਫਟਕਾਰਾਂ ਹੀ ਪੈਂਦੀਆਂ, ਜੀਵਨ ਕਾਮਯਾਬ ਹੀ ਨਹੀਂ ਹੋਇਆ, ਉਹਨਾਂ ਨੂੰ ਧੱਕੇ ਪੈਂਦੇ ਆ। ਜਿਨ ਕੀਤੀ ਤਿਸੈ ਨਾ ਜਾਣਈ ਨਾਨਕ ਫਿੱਟ ਅਲੂਣੀ ਦੇ, ਜਿਹਨੇ ਸਰੀਰ ਬਣਾਇਆ ਸੀ ਉਹਦਾ ਚੇਤਾ ਹੀ ਨਹੀਂ ਕੀਤਾ, ਉਸ ਪ੍ਰਭੂ ਨੂੰ ਜਾਣਿਆ ਹੀ ਨਹੀਂ, ਤੇ ਤਿਰਕਾਰ ਆ ਸਾਹਿਬ ਕਹਿੰਦੇ ਇਹੋ ਜਿਹੇ ਜੀਵਨ ਦੇ ਉੱਤੇ। ਫਿਰ ਭਾਈ ਅੱਜ ਦੇ ਹੁਕਮਨਾਮੇ ਦਾ ਜੋ ਵਿਸ਼ਾ ਸਾਹਿਬਾਂ ਬਖਸ਼ਿਆ ਹੈ ਕਿ ਪਰਮਾਤਮਾ ਦੀ ਭਗਤੀ ਕਰਨੀ, ਪਰਮਾਤਮਾ ਦੀ ਬੰਦਗੀ ਕਰਨੀ, ਸਾਧ ਸੰਗਤ ਵਿੱਚ ਆਉਣਾ, ਸਾਧ ਸੰਗਤ ਤੋਂ ਭਾਵ ਜਿਹੜਾ ਸਾਡੇ ਨਾਲੋਂ ਅੱਗੇ ਆ, ਜਿਹੜਾ ਜੁੜਿਆ ਹੋਇਆ, ਉਹਦੀ ਸੰਗਤ ਕਰਕੇ ਜਾਂ ਸਤਿਗੁਰੂ ਜੀ ਦੇ ਬੋਲਾਂ ਨੂੰ ਕਮਾ ਕੇ ਉਸ ਪਰਮਾਤਮਾ ਨੂੰ ਜਪਣਾ, ਉਹਦਾ ਨਾਮ ਜਪਣਾ, ਉਹਦੀ ਵਡਿਆਈ ਕਰਦਿਆਂ ਉਹਨੂੰ ਹਰਦਮ ਚੇਤੇ ਰੱਖਣਾ। ਤੇ ਜੇ ਆਪ ਜੀ ਕੰਟੀਨਿਊ ਇਹਨਾਂ ਪ੍ਰੋਗਰਾਮਸ ਨੂੰ ਸੁਣਦੇ ਹੋ ਗੁਰਬਾਣੀ ਵਾਲਿਆਂ ਨੂੰ, ਤੇ ਆਪ ਜੀ ਇਸ ਗੱਲ ਨੂੰ ਜਾਣਦੇ ਹੋ ਕਿ ਨਾਮ ਜਪਣ ਤੋਂ ਭਾਵ ਉਹਨੂੰ ਯਾਦ ਰੱਖਣਾ, ਹਰ ਕੰਮ ਕਾਜ ਕਰਦਿਆਂ ਹੋਇਆਂ ਵੀ ਉਹ ਚੇਤੇ ਰਵੇ, ਸਾਨੂੰ ਭੁੱਲੇ ਨਾ ਕਿ ਉਹ ਵੇਖ ਰਹੇ ਨੇ। ਇਹ ਵੀ ਉਹਦੀ ਭਗਤੀ ਹੈ। ਜਿੱਥੇ ਆਪਣੇ ਰੋਜ਼ਾਨਾ ਦੇ ਜੀਵਨ ਵਿੱਚੋਂ, ਸਮੇਂ ਵਿੱਚੋਂ ਸਮਾਂ ਕੱਢ ਕੇ ਅਸੀਂ ਨਿਤਨੇਮ ਵੀ ਕਰਨਾ ਹੈ, ਅਸੀਂ ਸਿਮਰਨ ਵੀ ਬਹਿ ਕੇ ਕੁਝ ਸਮਾਂ ਕਰਨਾ ਹੈ, ਸਹਿਜ ਪਾਠ ਕਰਦੇ ਹਾਂ, ਉੱਥੇ ਨਾਲ ਇਸ ਗੱਲ ਦਾ ਖਿਆਲ ਰੱਖਣਾ ਕਿ ਹਰ ਕੰਮ ਕਾਜ ਕਰਦਿਆਂ ਹੋਇਆਂ ਵੀ ਸੁਰਤ ਉਹਦੇ ਨਾਮ ਰੰਗ ਦੇ ਵਿੱਚ ਰਵੇ। ਆਰੰਭ ਤੋਂ ਇਸ ਸ਼ਬਦ ਨੂੰ ਵਿਚਾਰੀਏ। ਧਨਾਸਰੀ ਮਹੱਲਾ 5ਵਾਂ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਤੇ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਆ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਖੰਡੇ ਬਾਟੀ ਦੀ ਪੌਲ ਪ੍ਰਾਪਤ ਕਰ ਲਈ, 5 ਪਿਆਰੇ ਸਹਿਬਾਨਾਂ ਨੇ ਨਾਮ ਦੀ ਦਾਤ ਦੇ ਦਿੱਤੀ, ਗੁਰ ਮੰਤਰ ਮੂਲ ਮੰਤਰ ਦੱਸ ਦਿੱਤਾ, ਦ੍ਰਿੜ ਕਰਵਾ ਦਿੱਤਾ। ਤੇ ਜਦੋਂ ਉਹ ਭੋਜਨ ਖਾਣਾ ਸ਼ੁਰੂ ਕਰ ਦਿੱਤਾ, ਭੋਜਨ ਮਤਲਬ ਪਹਿਲਾਂ ਕੀ ਖਾ ਰਹੇ ਸੀ, ਪਹਿਲਾਂ ਨਿੰਦਿਆ ਤੇ ਚੁਗਲੀ, ਇਧਰੋਂ ਕਿਸੇ ਦੇ 4 ਔਗਣ ਫਰੋਲ ਲੈ, ਜਾਂ ਉਹਨੇ ਅਗਾਂਹ ਕਿਸੇ ਦੇ ਫਰੋਲ ਲੈ, ਉਧਰਲੇ ਪਾਸੇ ਸਾਡਾ ਧਿਆਨ ਬਹੁਤਾ ਲੱਗਦਾ ਹੈ। ਜਦੋਂ ਪਰਮੇਸ਼ਰ ਦੀ ਗੱਲ ਹੁੰਦੀ ਹੈ, ਉਹਦੀ ਵਡਿਆਈ ਦੀ ਗੱਲ ਹੁੰਦੀ ਹੈ, ਉਦੋਂ ਕਈ ਵਾਰੀ ਅਸੀਂ ਅਵੇਸਲੇ ਹੋ ਜਾਂਦੇ ਹਾਂ, ਉਦੋਂ ਕਈ ਵਾਰ ਨੀਂਦਰ ਆਉਣ ਲੱਗ ਪੈਂਦੀ ਹੈ, ਕਾਹਲੀ ਪਈ ਜਾਂਦੀ, ਕਦੋਂ ਸਮਾਪਤੀ ਹੋਏਗੀ, ਕਦੋਂ ਉੱਠ ਕੇ ਜਾਵਾਂਗੇ, ਜਾਂ ਐਵੇਂ ਵੀ ਕਹਿ ਸਕਦੇ ਜਿਵੇਂ ਆਪ ਜੀ ਇਹ ਪ੍ਰੋਗਰਾਮ ਸਰਵਣ ਕਰ ਰਹੇ ਹੋ, ਗੁਰਬਾਣੀ ਦਾ ਕਥਾ ਸਰਵਣ ਕਰਦੇ ਹੋ, ਤੇ ਕਈ ਵਾਰੀ ਹੁੰਦਾ ਕਿ ਛੇਤੀ ਛੇਤੀ ਖਤਮ ਹੋਵੇ, ਕੁਝ ਹੋਰ ਸੁਣੀਏ, ਕੁਝ ਹੋਰ ਵੇਖੀਏ। ਪਰ ਜਦੋਂ ਉਧਰੋਂ ਰਸ ਆਉਣ ਲੱਗ ਪਿਆ, ਪਰਮੇਸ਼ਰ ਦੀ ਬੰਦਗੀ ਵਿੱਚੋਂ ਨਾਮ ਦੀ ਦਾਤ ਪ੍ਰਾਪਤ ਹੋਈ, ਉਹ ਦ੍ਰਿੜ ਹੋ ਗਿਆ। ਅਸੀਂ ਕਹਿੰਦੇ ਆ ਨਹੀਂ ਰੱਜਦੀਆਂ ਇਹ ਅੱਖਾਂ, ਕਿੰਨਾ ਕੁਝ ਇਹਨਾਂ ਅੱਖਾਂ ਨੇ ਵੇਖ ਲਿਆ, ਕਿੰਨੇ ਹੀ ਰੰਗ ਤਮਾਸ਼ੇ ਵੇਖ ਲਏ। ਜਿਸ ਇਨਸਾਨ ਦੀ ਉਮਰ ਅੱਜ ਕੋਈ 60-70 ਸਾਲ ਹੈ, ਉਹ ਬੰਦਾ ਇੱਕ ਖਿੰਨ ਆਪਣੇ ਨੇਤਰ ਬੰਦ ਕਰੇ ਤੇ ਉਹਨੂੰ ਉਹਦੇ ਬਚਪਨ ਦੀਆਂ ਉਹ ਸਾਰੀਆਂ ਘਟਨਾਵਾਂ, ਉਹ ਥਾਵਾਂ, ਜਿਨ੍ਹਾਂ ਥਾਵਾਂ ਤੇ ਉਹ ਗਿਆ ਸੀ, ਜਿਨ੍ਹਾਂ ਥਾਵਾਂ ਤੇ ਉਹਦੇ ਨਾਲ ਕਈ ਐਕਸਪੀਰੀਅੰਸਿਸ ਹੋਏ, ਕਈ ਕੁਝ ਉਹਨੇ ਵੇਖਿਆ, ਕਈ ਤਜਰਬੇ ਜੀਵਨ ਦੇ, ਉਹਦੀਆਂ ਅੱਖਾਂ ਸਾਹਮਣੇ ਇੱਕ ਖਿੰਨ ਦੇ ਵਿੱਚ ਆ ਜਾਣੇ ਆ, ਸਾਰਾ ਕੁਝ ਰਿਪੀਟ ਹੋ ਜਾਏਗਾ ਇੱਕਦਮ। ਤੇ ਜਿਸ ਬੰਦੇ ਦੀਆਂ ਅੱਖਾਂ ਨੇ 60-70 ਸਾਲ ਵੇਖ ਲਿਆ ਹੈ, ਤੇ ਕਿੰਨਾ ਕੁਝ ਬਦਲਾਅ ਹੁੰਦਾ ਵੇਖ ਲਿਆ। ਅਸੀਂ ਰੱਜ ਗਈਆਂ, ਬਸ ਅਸੀਂ ਨਹੀਂ ਹੁਣ ਕੁਝ ਵੇਖਣਾ, ਬਸ ਹੁਣ ਥੱਕ ਗਏ ਆਪਾਂ, ਨਹੀਂ ਕਹਿੰਦੀਆਂ ਉਹ।
इस जुबान ने पता ही नहीं किन्ना कुछ खादा है, पता ही नहीं किन्ने क प्रकार ਦੇ ਪਕਵਾਨ ਛਕ ਕੇ ਵੇਖ, ਝਾਤੀ ਮਾਰ ਕੇ ਵੇਖ ਲਈ ਬਚਪਨ ਦੇ ਵਿੱਚ ਪੀਤੇ ਹੋਏ ਦੁੱਧ ਤੋਂ ਲੈ ਕੇ ਅੱਜ ਤੱਕ ਕਿੰਨਾ ਕੁਝ ਖਾਦਾ ਹੈ। ਤੇ ਕੀ ਰੱਜ ਗਈ ਆ? ਭਾਈ ਗੁਰਦਾਸ ਜੀ ਕਹਿੰਦੇ ਨਹੀਂ ਰੱਜੀ। ਇਹਨਾਂ ਕੰਨਾਂ ਦੇ ਨਾਲ ਲੋਕਾਂ ਦੀ ਨਿੰਦਿਆ ਤੇ ਆਪਣੀ ਵਡਿਆਈ ਸੁਣਨ ਦਾ ਸਾਨੂੰ ਬੜਾ ਸ਼ੌਂਕ ਸੀ, ਬੜੇ ਚਾਅ ਨਾਲ ਸੁਣਦੇ ਰਹੇ। ਦੂਜੇ ਦੀ ਬੁਰਾਈ ਹੁੰਦੀ ਹੋਵੇ ਉਹ ਧਿਆਨ ਨਾਲ ਸੁਣਦੇ ਆ, ਆਪਣੀ ਉਸਤਤ ਹੁੰਦੀ ਹੋਵੇ ਬੰਦਾ ਬੜੇ ਧਿਆਨ ਨਾਲ ਕੰਨ ਕਰਕੇ ਗੌਰ ਕਰਕੇ ਸੁਣਦਾ। ਹੁਣ ਸਤਿਗੁਰੂ ਜੀ ਮਿਹਰਾਮਤ ਕਰਦੇ ਭਾਈ ਗੁਰਦਾਸ ਸਾਹਿਬ ਦੇ ਰਾਹੀਂ, ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖਾਂ ਨਹੀਂ ਰੱਜੀਆਂ, ਬਹੁਤ ਰੰਗ ਤਮਾਸ਼ੇ ਵੇਖ ਲਏ ਇਹਨਾਂ ਨੇ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ, ਉਸਤਤ ਆਪਣੀ ਨਿੰਦਿਆ ਦੂਜੇ ਦੀ ਸੁਣ ਸੁਣ ਕੇ ਕੰਨ ਨਹੀਂ ਰੱਜੇ ਜੀ ਅਜੇ ਤੱਕ। ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਆਪਣੀ ਨਿੰਦਿਆ ਸੁਣਦਾ ਤੇ ਰੋਂਦਾ ਹੈ, ਦੂਜੇ ਦੀ ਨਿੰਦਿਆ ਸੁਣਦਾ ਤੇ ਹੱਸਦਾ ਹੈ, ਦੂਜੇ ਦੀ ਵਡਿਆਈ ਸੁਣਦਾ ਹੈ ਫਿਰ ਰੋਂਦਾ ਹੈ, ਤੇ ਆਪਣੀ ਵਡਿਆਈ ਸੁਣਦਾ ਤੇ ਫਿਰ ਹੱਸਦਾ ਹੈ। ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਸਾਦੀ ਜੀਭ ਨਾ ਰੱਜੀਆ। ਜਿਹੜੀ ਗੱਲ ਅੱਜ ਦੇ ਹੁਕਮਨਾਮੇ 'ਚ ਸਾਹਿਬ ਕਰ ਰਹੇ ਆ ਕਿ ਤ੍ਰਿਪਤ ਭਈ ਸੱਚ ਭੋਜਨ ਖਾਇਆ, ਹੁਣ ਪਵਿੱਤਰ ਹੋ ਗਈ ਆਤਮਾ, ਅੰਦਰ ਤ੍ਰਿਪਤ ਹੋ ਗਿਆ, ਹੁਣ ਭੁੱਖ ਨਹੀਂ ਰਹਿ ਗਈ। ਤੇ ਜਿੰਨੀ ਦੇਰ ਉਸ ਨਾਮ 'ਚੋਂ ਰਸ ਨਹੀਂ ਸੀ ਆਇਆ ਉਨੀ ਦੇਰ ਵੰਨ ਸਵੰਨੇ ਪਕਵਾਨ ਇਹਨੇ ਛਕੇ, ਬਹੁਤ ਕੁਝ ਖਾਦਾ ਪਰ ਫਿਰ ਵੀ ਰੱਜ ਨਹੀਂ ਆਇਆ ਇਹਨੂੰ। ਸਾਦੀ ਸਵਾਦਾਂ ਨਾਲ ਜੀਭ ਨਾ ਰੱਜੀਆ, ਜੀਭ ਰੱਜੀ ਨਹੀਂ। ਕਰ ਭੋਗ ਬਿਲਾਸੇ, ਕਿੰਨਾ ਕੁਝ ਨੇ ਭੋਗ ਲਿਆ, ਕਿੰਨਾ ਕੁਝ ਨੇ ਖਾ ਲਿਆ ਪਰ ਨਹੀਂ ਰੱਜੀਏ। ਅੱਗੇ ਮੈਂ ਇਹਦੇ ਵਿਸਥਾਰ ਵਿੱਚ ਨਾ ਜਾਵਾਂ, ਤੁਹਾਨੂੰ ਉਦਾਂ ਪੌੜੀ ਸੁਣਾ ਦਿੰਦਾ ਆ ਕਿ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਤੇ ਅੱਗੇ ਫਿਰ ਭਾਈ ਗੁਰਦਾਸ ਸਾਹਿਬ ਜੀਆਂ ਨੇ ਤਰਸ ਕੀਤਾ ਸਾਡੇ ਤੇ, ਕਹਿੰਦੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਕੋਈ ਰੱਜਿਆ ਕਦੀ? ਕਿਸੇ ਨੇ ਕਿਹਾ ਵੀ ਮੈਂ ਬਸ ਹੁਣ ਬਹੁਤ ਰਾਜ ਭਾਗ ਮਾਨ ਲਿਆ, ਮੈਂ ਬਹੁਤ ਉਮਰ ਹੰਢਾ ਲਈ, ਹੁਣ ਮੈਂ ਮਰ ਜਾਵਾਂ? ਕੋਈ ਨਹੀਂ ਕਹਿੰਦਾ ਏਦਾਂ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਉਹ ਤੇ ਵਿਚਾਰਾ 95 ਸਾਲ ਦਾ ਵੀ ਮੰਜੇ ਤੇ ਪਿਆ ਹੋਵੇ ਤੇ ਉਹਨੂੰ ਵੀ ਅਸੀਂ ਕਹਿੰਦੇ ਵੀ ਨਹੀਂ ਤੁਸੀਂ ਠੀਕ ਹੋ ਜਾਣਾ, ਤੁਹਾਨੂੰ ਘਰ ਲੈ ਜਾਣਾ। ਕੂੜੇ ਪ੍ਰਵਾਸੇ, ਝੂਠੇ ਦਿਲਾਸੇ ਦਿੱਤੇ ਜਾਂਦੇ ਉਹਨੂੰ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪਰ ਜਿਨ੍ਹਾਂ ਨੇ ਇਹ ਵਾਲਾ ਭੋਜਨ ਖਾਦਾ, ਭਾਈ ਗੁਰਦਾਸ ਜੀ ਕਹਿੰਦੇ ਆ ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ, ਉਹਨਾਂ ਨੇ ਸੱਚੀ ਰਾਸ ਪੂੰਜੀ। ਪਰਮਾਤਮਾ ਦਾ ਅਸਲ ਭੋਜਨ ਖਰ ਦੇ ਨਾਮ ਵਿੱਚ, ਕਿਉਂਕਿ ਉਹਨਾਂ ਨੂੰ ਸਮਝ ਲੱਗ ਗਈ ਸਾਡੇ ਜੀਵਨ ਦਾ ਲਕਸ਼ ਕੀ ਆ, ਸਾਡੇ ਜੀਵਨ ਦਾ ਉਦੇਸ਼ ਕੀ ਆ। ਜਿਨ੍ਹਾਂ ਨੇ ਸੱਚਾ ਭੋਜਨ ਖਾ ਲਿਆ ਉਹਨਾਂ ਦਾ ਅੰਦਰ ਤ੍ਰਿਪਤ ਹੋ ਗਿਆ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਖੁਰਾਕ ਖਾਣੀ ਸ਼ੁਰੂ ਕਰ ਦਿੱਤੀ। ਤੇ ਆਧਾਰ ਹੀ ਇਹ ਸੀ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਬਾਕੀ ਦੀਆਂ ਭੁੱਖਾਂ ਸਭ ਖਤਮ ਹੋ ਗਈਆਂ ਜੀ। ਮਨ ਤਨ ਰਸਨਾ ਨਾਮ ਤੇ ਆਇਆ। ਮਨ ਵਿੱਚ ਵੀ ਤੇ ਆਪਣੇ ਹਿਰਦੇ ਵਿੱਚ ਵੀ ਆਪਣੀ ਜੇਬਾਂ ਦੇ ਨਾਲ ਜਦੋਂ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਜੀ, ਤੇ ਫਿਰ ਪਰਮਾਤਮਾ ਦੀ ਕਿਰਪਾ ਹੋਈ ਤੇ ਨਾਮ ਜਪਦਿਆਂ ਅੰਦਰ ਤ੍ਰਿਪਤ ਹੋ ਗਿਆ, ਰਸ ਆਉਣ ਲੱਗ ਪਿਆ। ਜੀਵਨਾ ਹਰ ਜੀਵਨਾ, ਇਹ ਪੰਕਤੀ ਆਪਾਂ ਵਿਚਾਰ ਚੁੱਕੇ ਹਾਂ ਕਿ ਅਸਲ ਜੀਵਨ, ਅਸਲ ਜ਼ਿੰਦਗੀ ਕੀ ਆ। ਜੀਵਨ ਹਰ ਜਪ ਸਾਧ ਸੰਗ, ਕਿ ਸਾਧ ਸੰਗਤ ਵਿੱਚ ਬਹਿ ਕੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਰਹਿਰਾਜ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਬੋਲ ਰੋਜ਼ਾਨਾ ਪੜ੍ਹ ਰਹੇ ਆਪਾਂ, ਪਰ ਅਰਥਾਂ ਵੱਲ ਧਿਆਨ ਨਹੀਂ ਕਰਦੇ, ਅਰਥ ਵੀ ਪੜ੍ਹਿਆ ਕਰੀਏ। ਜੀਵਨ ਹਰ ਜਪ ਸਾਧ ਸੰਗ ਹੈ ਭਾਈ, ਜੀਵਨ ਇਹ ਆ ਸਾਧ ਸੰਗਤ ਵਿੱਚ ਬਹਿ ਕੇ ਪਰਮਾਤਮਾ ਦਾ ਨਾਮ ਜਪਿਆ ਜਾਵੇ। ਜਦੋਂ ਕੋਈ ਨਾਮ ਜਪਦਾ ਫਿਰ ਕੀ ਉਹਦੇ ਜੀਵਨ 'ਚ ਤਬਦੀਲੀ ਆਉਂਦੀ, ਕਿਹੜੇ ਰਸ ਭਾਗ ਉਹ ਮਾਣਦਾ। ਅਨਕ ਪ੍ਰਕਾਰੀ ਬਸਤਰ ਉਡਾਏ, ਅਣ ਦਿਨ ਕੀਰਤਨ ਹਰ ਗੁਣ ਗਾਏ। ਕਹਿੰਦੇ ਜਿਹੜਾ ਮਨੁੱਖ ਦਿਨ ਰਾਤ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਨਾ, ਉਹ ਕੱਖਾਂ ਦੀ ਕੁੱਲੀ 'ਚ ਵੀ ਬੈਠਾ ਹੋਵੇ ਤੇ ਮਹਿਲਾਂ ਵਾਲਾ ਸੁੱਖ ਹਾਸਲ ਕਰ ਰਿਹਾ ਹੁੰਦਾ ਆ। ਰੱਬੀ ਬਾਣੀ ਦਾ ਬੋਲ ਆ, ਸਾਹਿਬ ਆਖਦੇ ਆ ਕਿ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੂ ਉਦਿਆਨ ਪਰਮਿੰਨਾ। ਤੇ ਪਰ ਉਹ ਸੁੱਖ ਕਿਹੜਾ ਮਾਰ ਰਿਹਾ, ਟੁੱਟੀ ਹੋਈ ਝੌਂਪੜੀ 'ਚ ਬੈਠਾ। ਜਦੋਂ ਬਰਸਾਤ ਪੈਂਦੀ ਤੇ ਉਹ ਚੋਂਦੀ ਆ, ਉਹਦੇ ਚੋਂ ਜਲ ਤ੍ਰਿਪ ਕਰਕੇ ਵਗਦਾ ਹੈ। ਪਾਟੇ ਹੋਏ ਵਸਤਰ ਨੇ, ਲੋਕੀ ਕੋਈ ਮਾਣ ਸਨਮਾਨ ਨਹੀਂ ਦਿੰਦੇ, ਪਰ ਉਹ ਪਰਵਾਹ ਨਹੀਂ ਕਰਦਾ। ਬਸਤਾ ਵਸਦਾ ਹੈ, ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਵਸਤਰ ਵੀ ਪਾਟੇ ਹੋਏ ਪਾਏ ਨੇ। ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮਿੰਨਾ। ਤੇ ਫਿਰ ਸਤਿਗੁਰੂ ਜੀ ਉਹਨੂੰ ਪ੍ਰਾਪਤੀ ਕੀ ਆ? ਸਤਿਗੁਰੂ ਜੀ ਆਖਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ, ਕਿਉਂਕਿ ਉਹਦੀ ਸਾਂਝ
ਉਸ ਪਰਮੇਸ਼ਰ ਦੇ ਨਾਲ ਆ ਜਿਹਨੂੰ ਅਸੀਂ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਕਹਿੰਦੇ ਉਹਦੀ ਸਾਂਝ ਹੀ ਉਹਦੇ ਨਾਲ ਆ। ਤੇ ਤਗੜੇ ਦਾ ਸੱਤੀ ਵੀ 100, ਜਿਹਦੀ ਸਾਂਝ ਤਗੜੇ ਘਰ ਦੇ ਨਾਲ ਆ ਉਹ ਕਿਸੇ ਦੀ ਕੀ ਪਰਵਾਹ ਕਰਦਾ। ਸਤਿਗੁਰੂ ਆਖਦੇ ਆ, ਕਹਿਣ ਲੱਗੇ ਕਿ ਅਨਕ ਪ੍ਰਕਾਰੀ ਬਸਤਰ ਉਡਾਏ ਅਣਦਿਨ ਕੀਰਤਨ ਹਰ ਗੁਣ ਗਾਏ। ਜਿਹੜਾ ਮਨੁੱਖ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿੰਦਾ, ਉਹਦੇ ਗੁਣ ਗਾਉਂਦਾ ਆ, ਉਹਨੂੰ ਐਵੇਂ ਲੱਗਦਾ ਕਿ ਉਹਨੇ ਵੰਨ ਸੁਵੰਨੇ ਕੱਪੜੇ ਪਾਏ ਨੇ ਆਪਣੇ ਤਨ ਦੇ ਉੱਤੇ, ਵੰਨ ਸੁਵੰਨੇ ਉਹ ਵਸਤਰ ਹੰਢਾ ਰਿਹਾ ਆਪਣੇ ਪਿੰਡੇ ਦੇ ਉੱਤੇ, ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ। ਕਹਿਣ ਲੱਗੇ ਉਹਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿੰਦੀ। ਦੋਵੇਂ ਪੱਖ ਲੈ ਕੇ ਚੱਲਾਂਗੇ ਨਾਲ ਕਿ ਉਹ ਬੇਸ਼ੱਕ ਉਹਦੀ ਦੁਨਿਆਵੀ ਤੌਰ ਤੇ ਉਹਨੂੰ ਲੋਕ ਕਹਿਣ ਬੜਾ ਗਰੀਬ ਆ, ਬੜਾ ਗਰੀਬ, ਪਰ ਉਹ ਅੰਦਰੋਂ ਰੱਜਿਆ ਹੁੰਦਾ ਆ। ਸਤਿਗੁਰੂ ਅੱਗੇ ਆਖਦੇ ਹਸਤੀ ਰੱਥ ਅਸ ਅਸਵਰ। ਮਹਾਰਾਜ ਆਖਦੇ, ਕਹਿਣ ਲੱਗੇ ਭਾਈ ਉਹ ਪ੍ਰਮਾਤਮਾ ਦਾ ਰਾਹ ਹੀ ਤੱਕਦਾ ਰਹਿੰਦਾ ਹੈ। ਉਹ ਹਰ ਵੇਲੇ ਪ੍ਰਮਾਤਮਾ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਉਸ ਤੋਂ ਬਿਨਾਂ ਤੇ ਉਹਨੂੰ ਹੋਰ ਕੁਝ ਦਿਖਾਈ ਨਹੀਂ ਦਿੰਦਾ। ਉਹ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਰਸਤੇ ਦੇ ਉੱਤੇ ਹੀ ਚੱਲਦਾ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਿਨ ਰਾਤ ਕਰਦਾ ਰਹਿੰਦਾ। ਅਖੀਰਲਾ ਬੋਲ ਹੈ ਮਨ ਤਨ ਅੰਤਰ ਚਰਨ ਧਿਆਇਆ ਹੈ। ਭਾਈ ਉਹ ਆਪਣੇ ਮਨ ਵਿੱਚ, ਆਪਣੇ ਹਿਰਦੇ ਵਿੱਚ ਹਮੇਸ਼ਾ ਹੀ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੰਦਾ। ਭਾਵ ਉਹਦੀ ਸਿਫਤ ਸਲਾਹ ਵਿੱਚ ਦਿਨ ਰਾਤ ਹੀ ਲੱਗਿਆ ਰਹਿੰਦਾ। ਉਹਦੇ ਤੋਂ ਬਗੈਰ ਉਹਨੂੰ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਉਹ ਦਿਨ ਰਾਤ ਬਸ ਉਧਰਲੇ ਪਾਸੇ ਹੀ ਆਪਣਾ ਧਿਆਨ ਕਰਦਾ ਹੈ, ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਚੇਤੇ ਕਰਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ, ਕਹਿੰਦੇ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਸਤਿਗੁਰੂ ਜੀ ਦਇਆਲਤਾ ਕਰਦੇ ਆ, ਕਹਿਣ ਲੱਗੇ ਕਿ ਹੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਦਾ ਜਦੋਂ ਸਿਮਰਨ ਕਰਦਾ ਹੈ, ਉਹਦਾ ਜਪ ਤਪ ਕਰਦਾ ਹੈ ਤੇ ਉਹਨੂੰ ਐਵੇਂ ਲੱਗਦਾ ਕਿ ਮੈਂ ਸਾਰੇ ਖਜ਼ਾਨੇ ਹੀ ਪ੍ਰਾਪਤ ਕਰ ਲਏ ਆ, ਕਿਉਂਕਿ ਰੱਬੀ ਬਾਣੀ ਤੇ ਆਪਾਂ ਕਿੰਤੂ ਨਹੀਂ ਕਰ ਸਕਦੇ। ਸਤਿਗੁਰੂ ਜੀ ਆਖਦੇ ਆ ਕਿ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ, ਚਿੰਤਨ ਕਰਦਾ ਹੈ, ਪਾਤਸ਼ਾਹ ਜੀ ਆਖਦੇ ਨੇ ਕਿ ਉਹਦੇ ਰਿੱਧੀਆਂ ਸਿੱਧੀਆਂ ਤੇ ਅੱਗੇ ਪਿੱਛੇ ਦੌੜੀਆਂ ਫਿਰਦੀਆਂ, ਉਹਦੇ ਤੇ ਅੱਗੇ ਪਿੱਛੇ ਰਿੱਧੀਆਂ ਸਿੱਧੀਆਂ ਦੌੜੀਆਂ ਫਿਰਦੀਆਂ ਨੇ, ਤਰਲੇ ਕਰਦੀਆਂ ਸਾਡੀ ਵਰਤੋਂ ਕਰ, ਸਾਡੀ ਵਰਤੋਂ ਕਰ। ਸਤਿਗੁਰੂ ਸਾਹਿਬ ਮਹਾਰਾਜ ਆਖਦੇ ਆ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਰੱਖਦਾ ਹੈ। ਸਤਿਗੁਰੂ ਜੀ ਨੇ ਅੱਜ ਦੇ ਇਹ ਪਾਵਨ ਪਵਿੱਤਰ ਮੁਖਵਾਕ ਬਖਸ਼ੇ ਨੇ। ਭਾਈ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ, ਆਪਣੇ ਜੀਵਨ ਨੂੰ ਸਮਝੀਏ ਇਹਦਾ ਲਕਸ਼ ਕੀ ਹੈ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਪਾਵਨ ਪਵਿੱਤਰ ਬੋਲ ਸਾਨੂੰ ਧਨਾਸਰੀ ਰਾਗ ਵਿੱਚੋਂ ਬਖਸ਼ੇ, ਜਿਨ੍ਹਾਂ ਦੀ ਆਪਾਂ ਵਿਚਾਰ ਕਰਨ ਦਾ ਯਤਨ ਕੀਤਾ ਕਿ ਸਾਡੇ ਜੀਵਨ ਦਾ ਮਨੋਰਥ ਕੀ ਹੈ, ਸਾਡੇ ਜੀਵਨ ਦਾ ਲਕਸ਼ ਕੀ ਹੋਣਾ ਚਾਹੀਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰਨ, ਸਾਡੇ ਤੇ ਮਿਹਰਾਮਤ ਕਰਕੇ ਸਾਡੀ ਝੋਲੀ 'ਚ ਨਾਮ ਦੀ ਦਾਤ ਪਾਉਣ। ਆਪਣਾ ਸਮਾਂ ਅਜਾਈ ਨਾ ਗਵਾਈਏ, ਸਾਡਾ ਸਮਾਂ ਸਫਲ ਹੋ ਜਾਏ।